सत श्री अकाल प्यारे विद्यार्थियों, मेरा नाम चरणजीत सिंह है ਅਤੇ ਅੱਜ मैं ਤੁਹਾਨੂੰ ਖੇਤੀਬਾੜੀ ਵਿਸ਼ੇ ਦੇ ਜੋਬ ਰੋਲ ਸੋਲੇਨੇਸ਼ੀਅਸ ਕ੍ਰੌਪ ਕਲਟੀਵੇਟਰ ਦੇ 10ਵੀਂ ਜਮਾਤ ਦੇ ਦੂਸਰੇ ਯੂਨਿਟ ਨਦੀਨ ਅਤੇ ਉਹਨਾਂ ਨੂੰ ਕਾਬੂ ਕਰਨ ਦੇ ਤਰੀਕੇ ਹਨ, ਉਹਨਾਂ ਬਾਰੇ ਇਸ ਵੀਡੀਓ ਲੈਕਚਰ ਵਿੱਚ ਦੱਸਾਂਗਾ। ਸਭ ਤੋਂ ਪਹਿਲਾਂ ਸਾਡੇ ਲਈ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਨਦੀਨ ਕੀ ਹੁੰਦੇ ਹਨ ਜਾਂ ਨਦੀਨਾਂ ਤੋਂ ਕੀ ਭਾਵ ਹੈ। ਨਦੀਨ ਉਹ ਬੇਲੋੜੇ ਪੌਦੇ ਹੁੰਦੇ ਹਨ ਜੋ ਮੁੱਖ ਫਸਲ ਵਿੱਚ ਆਪਣੇ ਆਪ ਉੱਗ ਪੈਂਦੇ ਹਨ। ਇਹ ਮੁੱਖ ਫਸਲ ਨਾਲੋਂ ਵੱਖ ਹੁੰਦੇ ਹਨ। ਇਹ ਮੁੱਖ ਫਸਲਾਂ ਨਾਲ ਤੱਤਾਂ ਲਈ ਵੀ ਮੁਕਾਬਲਾ ਕਰਦੇ ਹਨ। ਭਾਵ ਕਿ ਜੋ ਨਦੀਨ ਇਹ ਸਾਡੇ ਖੇਤ ਦੇ ਵਿੱਚ ਆਪਣੇ ਆਪ ਹੀ ਉੱਗ ਜਾਂਦੇ ਹਨ। ਇਹਨਾਂ ਨੂੰ ਬੀਜਿਆ ਨਹੀਂ ਜਾਂਦਾ। ਇਹ ਸਾਡੇ ਖੇਤ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਆ ਜਾਂਦੇ ਹਨ ਅਤੇ ਇਹ ਮੁੱਖ ਫਸਲ ਦੇ ਨਾਲ ਉੱਗ ਕੇ ਜੋ ਵੀ ਤੱਤ ਅਸੀਂ ਆਪਣੀ ਮੁੱਖ ਫਸਲ ਨੂੰ ਦਿੰਦੇ ਹਨ ਉਹਨਾਂ ਲਈ ਮੁਕਾਬਲਾ ਕਰਦੇ ਹਨ ਅਤੇ ਉਹ ਜੋ ਤੱਤ ਸਾਡੀ ਮੁੱਖ ਫਸਲ ਨੂੰ ਪੂਰੇ ਨਹੀਂ ਮਿਲ ਪਾਉਂਦੇ, ਜਿਸ ਕਾਰਨ ਸਾਡੀ ਮੁੱਖ ਫਸਲ ਦੇ ਵਿੱਚ ਪੈਦਾਵਾਰ ਵਿੱਚ ਵੀ ਬਹੁਤ ਫਰਕ ਪੈਂਦਾ ਹੈ। ਅੱਗੇ ਗੱਲ ਕਰਦੇ ਹਾਂ ਨਦੀਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ। ਨਦੀਨਾਂ ਦੀਆਂ ਬਹੁਤ ਸਾਰੀਆਂ ਖਾਸ ਵਿਸ਼ੇਸ਼ਤਾਵਾਂ ਹਨ। ਸਭ ਤੋਂ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਵਿੱਚ ਬੀਜ ਪੈਦਾ ਕਰਨ ਦੀ ਭਰਪੂਰ ਸਮਰੱਥਾ ਹੁੰਦੀ ਹੈ। ਨਦੀਨ ਜੋ ਹੈ ਇਹ ਆਪਣੇ ਆਪ ਬਹੁਤ ਸਾਰੇ ਬੀਜ ਪੈਦਾ ਕਰਦੇ ਹਨ। ਇਹਨਾਂ ਦੀ ਬੀਜ ਪੈਦਾ ਕਰਨ ਦੀ ਸਮਰੱਥਾ ਉਹ ਕਾਫੀ ਹੁੰਦੀ ਹੈ। ਦੂਸਰਾ ਕਿ ਇਹ ਸਖਤ ਹੁੰਦੇ ਹਨ। ਸਖਤ ਤੋਂ ਭਾਵ ਕਿ ਇਹ ਜਲਦੀ ਮਰਦੇ ਨਹੀਂ। ਇਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਜਲਵਾਯੂ ਹਾਲਾਤ ਦਾ ਬਹੁਤਾ ਅਸਰ ਨਹੀਂ ਪੈਂਦਾ। ਤੀਸਰਾ ਕਿ ਇਹ 30 ਤੋਂ 40 ਸਾਲ ਤੱਕ ਚੱਲਦੇ ਰਹਿੰਦੇ ਹਨ। ਭਾਵ ਜੇਕਰ ਤੁਹਾਡੇ ਖੇਤ ਦੇ ਵਿੱਚ ਨਦੀਨ ਜੋ ਹੈ ਉਹ ਇੱਕ ਵਾਰ ਆ ਗਿਆ ਅਤੇ ਉਸ ਦੇ ਬੀਜ ਅਗਲੇ 30 ਤੋਂ 40 ਸਾਲ ਤੱਕ ਚੱਲਦੇ ਰਹਿਣਗੇ। ਚੌਥਾ, ਇਹਨਾਂ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ। ਭਾਵ ਕਿ ਇਹਨਾਂ ਦੀਆਂ ਜੜ੍ਹਾਂ ਜੋ ਹੈ ਉਹ ਮਿੱਟੀ ਦੇ ਵਿੱਚ ਕਾਫੀ ਥੱਲੇ ਤੱਕ ਆਉਂਦੀਆਂ ਹਨ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਨਦੀਨਾਂ ਦੇ ਹਾਨੀਕਾਰਕ ਪ੍ਰਭਾਵ। ਜੋ ਸਾਡੇ ਖੇਤ ਦੇ ਵਿੱਚ ਮੁੱਖ ਫਸਲ ਦੇ ਨਾਲ ਜੋ ਪੌਦੇ ਉੱਗ ਜਾਂਦੇ ਹਨ ਉਹਨਾਂ ਦੇ ਸਾਡੀ ਮੁੱਖ ਫਸਲ ਦੇ ਉੱਪਰ, ਸਾਡੀ ਜ਼ਮੀਨ ਦੇ ਉੱਤੇ ਬਹੁਤ ਸਾਰੇ ਹਾਨੀਕਾਰਕ ਪ੍ਰਭਾਵ ਹੁੰਦੇ ਹਨ। ਸਭ ਤੋਂ ਪਹਿਲਾ ਪ੍ਰਭਾਵ ਜੋ ਸਾਡੀ ਫਸਲ 'ਤੇ ਨਦੀਨ ਪਾਉਂਦੇ ਹਨ ਕਿ ਇਹ ਸਾਡੀ ਫਸਲ ਦੇ ਨਾਲ ਤੱਤਾਂ ਲਈ ਮੁਕਾਬਲਾ ਕਰਦੇ ਹਨ। ਜਦੋਂ ਵੀ ਅਸੀਂ ਆਪਣੀ ਫਸਲ ਨੂੰ ਕੋਈ ਤੱਤ ਪਾਉਂਦੇ ਹਾਂ ਜਾਂ ਸਾਡੀ ਮੁੱਖ ਫਸਲ ਜੋ ਹੈ ਉਹ ਜ਼ਮੀਨ ਤੋਂ ਤੱਤ ਲੈਂਦੀ ਹੈ ਅਤੇ ਜੋ ਨਦੀਨ ਹੈ ਉਹ ਇਹਨਾਂ ਤੱਤਾਂ ਲਈ ਵੀ ਸਾਡੀ ਫਸਲ ਨਾਲ ਮੁਕਾਬਲਾ ਕਰਦੇ ਹਨ। ਇਹ ਤੱਤ ਸਾਡੀ ਮੁੱਖ ਫਸਲ ਨੂੰ ਪੂਰੇ ਨਹੀਂ ਮਿਲਦੇ, ਜਿਸ ਕਾਰਨ ਸਾਡੀ ਫਸਲ ਦੀ ਗੁਣਵੱਤਾ ਦੇ ਵਿੱਚ ਭਾਰੀ ਕਮੀ ਆਉਂਦੀ ਹੈ। ਉਸ ਦੀ ਪੈਦਾਵਾਰ ਨੂੰ ਵੀ ਕਾਫੀ ਫਰਕ ਪੈਂਦਾ ਹੈ। ਦੂਸਰਾ, ਇਸ ਜ਼ਮੀਨ ਦੀ ਗੁਣਵੱਤਾ ਨੂੰ ਘਟਾਉਂਦੇ ਹਨ। ਜਿਸ ਜ਼ਮੀਨ ਦੇ ਵਿੱਚ ਨਦੀਨ ਜ਼ਿਆਦਾ ਹੁੰਦੇ ਹਨ ਉਹ ਜ਼ਮੀਨ ਬਹੁਤੀ ਪੈਦਾਵਾਰ ਵਾਲੀ ਨਹੀਂ ਹੁੰਦੀ, ਕਿਉਂਕਿ ਉਸ ਦੇ ਵਿੱਚ ਜੋ ਤੱਤ ਹੁੰਦੇ ਹਨ ਉਹ ਸਾਰੇ ਤੱਤ ਜੋ ਹੈ ਨਦੀਨ ਆਪਣੇ ਆਪ ਨੂੰ ਲੈ ਲੈਂਦੇ ਹਨ ਅਤੇ ਉਸ ਜ਼ਮੀਨ ਦੀ ਜੋ ਉਪਜਾਊ ਸ਼ਕਤੀ ਹੈ ਉਸ ਨੂੰ ਘਟਾ ਦਿੰਦੇ ਹਨ। ਇਹ ਮਜ਼ਦੂਰੀ ਦੇ ਖਰਚ ਨੂੰ ਵਧਾਉਂਦੇ ਹਨ, ਕਿਉਂਕਿ ਨਦੀਨਾਂ ਨੂੰ ਖਤਮ ਕਰਨ ਦੇ ਲਈ, ਉਸ ਨੂੰ ਜ਼ਮੀਨ 'ਚੋਂ ਬਾਹਰ ਕੱਢਣ ਦੇ ਲਈ ਕੁਝ ਤਰੀਕੇ ਅਪਣਾਉਣੇ ਪੈਂਦੇ ਹਨ, ਜਿਸ ਦੇ ਲਈ ਮਜ਼ਦੂਰੀ ਦਾ ਖਰਚ ਬਹੁਤ ਆਉਂਦਾ ਹੈ। ਚੌਥਾ, ਇਸ ਜ਼ਮੀਨ ਦਾ ਮੁੱਲ ਵੀ ਘਟਾਉਂਦੇ ਹਨ, ਕਿਉਂਕਿ ਜਿਸ ਜ਼ਮੀਨ ਦੇ ਵਿੱਚ ਨਦੀਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ, ਜ਼ਿਆਦਾ ਮਾਤਰਾ ਵਿੱਚ ਨਦੀਨ ਉੱਗਦੇ ਹਨ, ਉਸ ਜ਼ਮੀਨ ਦੇ ਵਿੱਚੋਂ ਪੈਦਾਵਾਰ ਵੀ ਘੱਟ ਨਿਕਲਦੀ ਹੈ ਅਤੇ ਘੱਟ ਪੈਦਾਵਾਰ ਵਾਲੀ ਜ਼ਮੀਨ ਦਾ ਮੁੱਲ ਵੀ ਕਾਫੀ
ਘੱਟ ਲੱਗਦਾ ਹੈ। ਅੱਗੇ ਨਦੀਨਾਂ ਦਾ ਵਰਗੀਕਰਨ। ਨਦੀਨਾਂ ਦਾ ਵਰਗੀਕਰਨ ਉਸ ਦੀ ਕਈ ਤਰੀਕਿਆਂ ਦੇ ਅਨੁਸਾਰ ਨਦੀਨਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ। ਸਭ ਤੋਂ ਪਹਿਲੀ ਕਿਸਮ ਹੈ ਬੀਜ ਦੀ ਕਿਸਮ ਅਨੁਸਾਰ, ਕਿ ਨਦੀਨ ਦਾ ਜੋ ਬੀਜ ਹੈ ਉਹ ਕਿਸ ਤਰੀਕੇ ਦਾ ਹੈ। ਬੀਜ ਦੀ ਕਿਸਮ ਜੋ ਹੈ ਦੋ ਤਰੀਕੇ ਦੇ ਹੁੰਦੇ, ਇੱਕ ਪਹਿਲੇ ਮੋਨੋਕੋਟ, ਦੂਜਾ ਡਾਈਕਾਟ। ਮੋਨੋਕੋਟ ਤੋਂ ਭਾਵ ਇੱਕ ਪੱਧਤੀ ਵਾਲੇ ਬੀਜ, ਡਾਈਕਾਟ ਤੋਂ ਭਾਵ ਦੋ ਪੱਧਤੀ ਵਾਲੇ ਬੀਜ। ਹੁਣ ਅਸੀਂ ਗੱਲ ਕਰਾਂਗੇ ਨਦੀਨਾਂ ਦੇ ਦੂਸਰੇ ਵਰਗ ਬਾਰੇ। ਦੂਸਰਾ ਜੋ ਵਰਗੀਕਰਨ ਹੈ ਉਹ ਨਦੀਨਾਂ ਦਾ ਜੀਵਨ ਚੱਕਰ ਅਨੁਸਾਰ ਕੀਤਾ ਗਿਆ ਹੈ। ਪਹਿਲਾ ਸਾਲਾਨਾ ਨਦੀਨ, ਦੂਸਰਾ 2 ਸਾਲਾ ਨਦੀਨ, ਤੀਸਰਾ 2 ਸਾਲ ਤੋਂ ਉੱਪਰ ਵਾਲੇ ਨਦੀਨ। ਇਹਨਾਂ ਨੂੰ ਦੂਸਰੀ ਭਾਸ਼ਾ ਵਿੱਚ ਐਨੂਅਲ, ਬਾਇਨੀਅਲ ਅਤੇ ਪੈਰੀਨੀਅਲ ਨਾਮ ਦਿੱਤੇ ਗਏ ਹਨ। ਹੁਣ ਮੈਂ ਤੁਹਾਨੂੰ ਇਹਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਵਾਂਗਾ। ਪਹਿਲੇ ਹੈ ਸਾਲਾਨਾ ਨਦੀਨ। ਇਹ ਉਹ ਨਦੀਨ ਹੁੰਦੇ ਹਨ ਜੋ ਆਪਣਾ ਜੀਵਨ ਚੱਕਰ 1 ਸਾਲ ਜਾਂ ਇੱਕ ਫਸਲ ਵਿੱਚ ਪੂਰਾ ਕਰਦੇ ਹਨ। ਇਸ ਤੋਂ ਭਾਵ ਹੈ ਕਿ ਜੋ ਇਹ ਨਦੀਨ ਹਨ ਇਹ ਆਪਣੇ ਵਾਤਾਵਰਣ ਵਿੱਚ ਹੀ ਜੀਵਿਤ ਰਹਿ ਸਕਦੇ ਹਨ, ਦੂਸਰੇ ਵਾਤਾਵਰਣ ਵਿੱਚ ਜਾਂਦੇ ਹੀ ਇਹ ਖਤਮ ਹੋ ਜਾਂਦੇ ਹਨ। ਭਾਵ ਕਿ ਜੋ ਸਾਡੀ ਸਬਜ਼ੀਆਂ ਵਾਲੀ ਫਸਲ ਅਸੀਂ ਗਰਮੀਆਂ ਦੇ ਵਿੱਚ ਬੀਜਦੇ ਹਨ, ਉਹਨਾਂ ਦੇ ਨਦੀਨ ਅਲੱਗ ਹੁੰਦੇ ਹਨ ਸਰਦੀਆਂ ਵਾਲੀਆਂ ਸਬਜ਼ੀਆਂ ਦੀ ਫਸਲ ਨਾਲੋਂ। ਜੋ ਨਦੀਨ ਸਾਡੇ ਗਰਮੀਆਂ ਵਾਲੇ ਫਸਲਾਂ ਦੇ ਵਿੱਚ ਉੱਗਦੇ ਹਨ, ਉਹ ਨਦੀਨ ਸਰਦੀਆਂ ਵਾਲੀ ਫਸਲਾਂ ਦੇ ਵਿੱਚ ਨਹੀਂ ਉੱਗ ਸਕਦੇ, ਕਿਉਂਕਿ ਉਹ ਆਪਣੇ ਵਾਤਾਵਰਣ ਵਿੱਚ ਹੀ ਜੀਵਿਤ ਰਹਿ ਸਕਦੇ ਹਨ। ਗਰਮੀਆਂ ਵਾਲੇ ਨਦੀਨ ਸਰਦੀਆਂ ਵਾਲੀ ਫਸਲਾਂ ਦੇ ਵਿੱਚ ਸਰਦ ਰੁੱਤ ਦੇ ਵਿੱਚ ਜੀਵਿਤ ਨਹੀਂ ਰਹਿ ਸਕਦੇ, ਅਤੇ ਸਰਦ ਰੁੱਤ ਵਾਲੇ ਨਦੀਨ ਜੋ ਹੈ ਉਹ ਗਰਮ ਰੁੱਤ ਦੇ ਵਿੱਚ ਨਹੀਂ ਜੀਵਿਤ ਰਹਿ ਸਕਦੇ। ਅੱਗੇ ਗੱਲ ਕਰਦੇ ਹਾਂ 2 ਸਾਲਾ ਨਦੀਨ ਬਾਰੇ। 2 ਸਾਲਾ ਨਦੀਨ ਉਹ ਨਦੀਨ ਹੁੰਦੇ ਹਨ ਜੋ ਆਪਣਾ ਜੀਵਨ ਚੱਕਰ 2 ਸਾਲਾਂ ਵਿੱਚ ਪੂਰਾ ਕਰਦੇ ਹਨ। ਇਹਨਾਂ ਨੂੰ ਦੂਸਰੀ ਭਾਸ਼ਾ ਦੇ ਵਿੱਚ ਬਾਇਨੀਅਲ ਨਦੀਨ ਕਿਹਾ ਜਾਂਦਾ ਹੈ। ਅੱਗੇ ਗੱਲ ਕਰਦੇ ਹਾਂ 2 ਸਾਲ ਤੋਂ ਉੱਪਰ। ਇਹ ਉਹ ਨਦੀਨ ਹਨ ਜੋ ਆਪਣਾ ਜੀਵਨ ਚੱਕਰ 2 ਸਾਲ ਤੋਂ ਜ਼ਿਆਦਾ ਸਮੇਂ ਵਿੱਚ ਪੂਰਾ ਕਰਦੇ ਹਨ, ਜਿਵੇਂ ਕਿ ਡੈਕਟੀਲੋਨ ਜਾਣੀ ਕਿ ਕਬਿਲਕਾ ਤੇ ਸਕਰਜ਼। ਇਹ ਇਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਵਾਤਾਵਰਣ ਦਾ ਕੋਈ ਵੀ ਅਸਰ ਨਹੀਂ ਪੈਂਦਾ। ਇਹ ਸਾਰਾ ਸਾਲ ਹਰ ਸਮੇਂ ਚੱਲਦੇ ਹੀ ਰਹਿੰਦੇ ਹਨ ਅਤੇ ਇਹ ਕਿਸੇ ਵੀ ਤਰ੍ਹਾਂ ਦੀ ਵਾਤਾਵਰਣ ਵਿੱਚ ਜੀਵਿਤ ਰਹਿ ਸਕਦੇ ਹਨ। ਅਗਲਾ ਜੋ ਵਰਗੀਕਰਨ ਹੈ ਉਹ ਹੈ ਜੋ ਨਦੀਨ ਉਸਦੇ ਘਰ ਦੇ ਅਨੁਸਾਰ ਹੈ, ਕਿ ਉਹ ਨਦੀਨ ਕਿੱਥੋਂ ਆਇਆ ਹੈ, ਕਿੱਥੇ ਪੈਦਾ ਹੋਇਆ ਹੈ। ਕਿਉਂਕਿ ਜੋ ਕਾਸ਼ਤ ਵਾਲੀ ਜ਼ਮੀਨ ਹੈ ਉੱਥੇ ਨਦੀਨ ਅਲੱਗ ਤਰ੍ਹਾਂ ਦੇ ਹੁੰਦੇ ਹਨ, ਬੰਜਰ ਧਰਤੀ ਵਾਲੇ ਅਲੱਗ ਤਰ੍ਹਾਂ ਦੇ ਹੁੰਦੇ ਹਨ, ਸਬਜ਼ੀਆਂ ਦੇ ਅਲੱਗ ਤਰ੍ਹਾਂ ਦੇ ਨਦੀਨ ਹੁੰਦੇ ਹਨ, ਬਗੀਚੇ ਦੇ ਅਲੱਗ ਤਰ੍ਹਾਂ ਦੇ ਨਦੀਨ ਹੁੰਦੇ ਹਨ। ਉਹਨਾਂ ਦੇ ਅਨੁਸਾਰ ਜੋ ਹੈ ਘਰ ਦੇ ਅਨੁਸਾਰ ਨਦੀਨਾਂ ਦਾ ਵਰਗੀਕਰਨ ਕੀਤਾ ਗਿਆ ਹੈ। ਪਹਿਲੇ ਤਰ੍ਹਾਂ ਦੇ ਨਦੀਨ ਹੁੰਦੇ ਹਨ ਉਹ ਧਰਤੀ ਵਾਲੇ ਕਾਸ਼ਤ ਨਦੀਨ ਹੁੰਦੇ ਹਨ, ਦੂਸਰੇ ਬੰਜਰ ਧਰਤੀ ਵਾਲੇ ਨਦੀਨ, ਤੀਸਰੇ ਬਗੀਚੇ ਵਾਲਾ ਨਦੀਨ, ਚੌਥਾ ਲਾਨ ਨਦੀਨ, ਪੰਜਵਾਂ ਪਾਣੀ ਵਾਲੇ ਨਦੀਨ। ਅਗਲਾ ਜੋ ਵਰਗੀਕਰਨ ਹੈ ਉਹ ਉਤਪੱਤੀ ਦੇ ਸਰੋਤ ਮੁਤਾਬਕ, ਕਿ ਜੋ ਨਦੀਨ ਹੈ ਉਹਨਾਂ ਦੇ ਉਤਪੱਤੀ ਕਿੱਥੋਂ ਹੋਈ ਹੈ। ਇਹਨਾਂ ਦਾ ਵਰਗੀਕਰਨ 2 ਤਰੀਕੇ ਨਾਲ ਹੋਇਆ ਹੈ, ਇੱਕ ਦੇਸੀ ਨਦੀਨ, ਦੂਸਰਾ ਵਿਦੇਸ਼ੀ ਨਦੀਨ। ਦੇਸੀ ਨਦੀਨ ਜੋ ਕਿ ਸਾਡੇ ਖੇਤ ਦੇ ਵਿੱਚ ਪਹਿਲਾਂ ਤੋਂ ਹੀ ਹਨ ਅਤੇ ਆਪਣੇ ਜਦੋਂ ਵੀ ਉਹਨਾਂ ਦਾ ਵਾਤਾਵਰਣ ਆਉਂਦਾ ਹੈ, ਜਦੋਂ ਵੀ ਉਹਨਾਂ ਦਾ ਸਮਾਂ ਆਉਂਦਾ ਹੈ, ਉਦੋਂ ਉਹ ਆਪਣੇ ਆਪ ਉੱਗ ਪੈਂਦੇ ਹਨ। ਦੂਸਰਾ ਹੈ ਵਿਦੇਸ਼ੀ ਨਦੀਨ। ਵਿਦੇਸ਼ੀ ਨਦੀਨ ਦਾ ਭਾਵ ਕਿ ਉਹ ਨਦੀਨ ਜੋ ਸਾਡੇ ਖੇਤ ਦੇ ਵਿੱਚ ਪਹਿਲਾਂ ਨਹੀਂ ਹਨ ਅਤੇ ਉਹ ਬਾਹਰੋਂ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਖੇਤ ਦੇ ਵਿੱਚ ਆ ਗਏ ਹਨ, ਉਹਨਾਂ ਨੂੰ ਵਿਦੇਸ਼ੀ ਨਦੀਨ ਕਿਹਾ ਜਾਂਦਾ ਹੈ। ਅੱਗੇ ਆ ਜਾਂਦਾ ਹੈ ਨਦੀਨ ਪ੍ਰਬੰਧਨ।
ਜੇਕਰ ਅਸੀਂ ਆਪਣੀ ਪੈਦਾਵਾਰ ਵਧੀਆ ਲੈਣੀ ਹੈ ਤਾਂ ਸਾਨੂੰ ਜੋ ਸਾਡੇ ਖੇਤ ਦੇ ਵਿੱਚ ਬੇਲੋੜੇ ਪੌਦੇ ਹਨ ਉਹਨਾਂ ਨੂੰ ਬਾਹਰ ਕੱਢਣਾ ਪੈਣਾ ਹੈ ਅਤੇ ਉਸਨੂੰ ਅਸੀਂ ਨਦੀਨ ਪ੍ਰਬੰਧਨ ਕਹਿੰਦੇ ਹਨ। ਨਦੀਨ ਪ੍ਰਬੰਧਨ ਜ਼ਰੂਰੀ ਕਿਉਂ ਹੈ? ਨਦੀਨ ਪ੍ਰਬੰਧਨ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਮੁੱਖ ਫਸਲ ਨੂੰ ਪੂਰਾ ਜੀਵਨ ਚੱਕਰ ਨਦੀਨ ਰਹਿਤ ਰੱਖਦਾ ਹੈ ਅਤੇ ਮੁੱਖ ਫਸਲ ਨਾਲੋਂ ਇਸ ਨੂੰ ਤੱਤਾਂ ਦੀ ਵੰਡ ਤੋਂ ਬਚਾਉਂਦਾ ਹੈ। ਨਦੀਨ ਪ੍ਰਬੰਧਨ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਫਸਲ ਦੀ ਪੈਦਾਵਾਰ ਵਿੱਚ। ਜੇਕਰ ਨਦੀਨਾਂ ਨੂੰ ਅਸੀਂ ਮੁੱਖ ਫਸਲ ਨਾਲੋਂ ਵੱਖ ਕਰ ਦਿੰਦੇ ਹਾਂ ਤਾਂ ਸਾਡੀ ਫਸਲ ਜੋ ਹੈ ਉਹ ਵਧੀਆ ਹੁੰਦੀ ਹੈ ਕਿਉਂਕਿ ਉਸਦੇ ਨਾਲ ਤੱਤਾਂ ਲਈ ਮੁਕਾਬਲੇ ਕਰਨ ਵਾਲਾ ਕੋਈ ਵੀ ਨਹੀਂ ਬਚਦਾ ਅਤੇ ਉਹ ਸਾਰੇ ਤੱਤ ਜੋ ਹੈ ਸਾਡੀ ਮੁੱਖ ਫਸਲ ਨੂੰ ਹੀ ਮਿਲਦੇ ਹਨ। ਅੱਗੇ ਗੱਲ ਕਰਦੇ ਹਾਂ ਕਿ ਅਸੀਂ ਨਦੀਨਾਂ ਨੂੰ ਰੋਕਣਾ ਕਿਵੇਂ ਹੈ, ਅਸੀਂ ਨਦੀਨਾਂ ਦੀ ਰੋਕਥਾਮ ਕਿਵੇਂ ਕਰਨੀ ਹੈ। ਪਿਆਰੇ ਬੱਚਿਓ, ਹੁਣ ਮੈਂ ਤੁਹਾਨੂੰ ਨਦੀਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦੇਵਾਂਗਾ। ਸਭ ਤੋਂ ਪਹਿਲਾਂ ਜੋ ਨਦੀਨਾਂ ਦੀ ਰੋਕਥਾਮ ਲਈ ਵਰਤੇ ਜਾਣ ਵਾਲੇ ਤਰੀਕੇ ਹਨ ਉਹਨਾਂ ਵਿੱਚ ਪਹਿਲਾ ਤਰੀਕਾ ਹੈ ਬਚਾਓ ਦੇ ਤਰੀਕੇ। ਕਿ ਸਾਡੀ ਫਸਲ, ਸਾਡੀ ਜੋ ਖੇਤ ਹੈ ਉਸ ਦੇ ਵਿੱਚ ਨਦੀਨ ਪਹੁੰਚਣੀ ਨਾ, ਉਸਦੇ ਲਈ ਬਚਾਅ ਦੇ ਲਈ ਕਿਹੜੇ ਤਰੀਕੇ ਸਾਨੂੰ ਵਰਤਣੇ ਚਾਹੀਦੇ ਹਨ। ਦੂਸਰਾ ਹੈ ਭੌਤਿਕ ਤਰੀਕੇ ਜਾਂ ਮਸ਼ੀਨੀ ਤਰੀਕੇ। ਭੌਤਿਕ ਤਰੀਕੇ ਕਿਹੜੇ ਹੁੰਦੇ ਹਨ, ਮਸ਼ੀਨੀ ਤਰੀਕੇ ਕਿਹੜੇ ਹੁੰਦੇ ਹਨ, ਇਹਨਾਂ ਨਾਲ ਅਸੀਂ ਕਿਸ ਤਰੀਕੇ ਨਾਲ ਨਦੀਨਾਂ ਨੂੰ ਰੋਕ ਸਕਦੇ ਹਾਂ। ਤੀਸਰਾ ਹੈ ਸੱਭਿਆਚਾਰਕ ਤਰੀਕੇ। ਚੌਥਾ ਹੈ ਰਸਾਇਣਿਕ ਤਰੀਕੇ। ਇਹਨਾਂ ਬਾਰੇ ਮੈਂ ਤੁਹਾਨੂੰ ਹੁਣ ਵਿਸਥਾਰਪੂਰਵਕ ਜਾਣਕਾਰੀ ਦੇਵਾਂਗਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਬਚਾਓ ਦੇ ਤਰੀਕੇ, ਕਿ ਅਸੀਂ ਆਪਣੇ ਖੇਤ ਦੇ ਵਿੱਚ ਨਦੀਨਾਂ ਨੂੰ ਆਉਣ ਤੋਂ ਕਿਵੇਂ ਬਚਾਉਣਾ ਹੈ। ਸਭ ਤੋਂ ਪਹਿਲਾਂ ਜੋ ਅਸੀਂ ਫਸਲ ਬੀਜਣੀ ਹੈ ਉਸਦੇ ਜੋ ਬੀਜ ਹਨ ਉਹਨਾਂ ਨੂੰ ਨਦੀਨਾਂ ਤੋਂ ਰਹਿਤ ਕਰਨਾ ਹੈ। ਦੂਸਰਾ, ਜੋ ਵੀ ਅਸੀਂ ਕਾਸ਼ਤ ਕਰਨ ਲਈ ਖੇਤੀ ਦੇ ਸੰਦ ਜੋ ਵਰਤਣੇ ਹਨ ਉਹਨਾਂ ਦੀ ਚੰਗੀ ਤਰ੍ਹਾਂ ਸਾਫ਼ ਸਫਾਈ ਹੋਣੀ ਚਾਹੀਦੀ ਹੈ। ਹਮੇਸ਼ਾ ਹੀ ਆਪਣੇ ਖੇਤੀ ਦੇ ਸੰਦ ਆ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਹੀ ਵਰਤਣਾ ਚਾਹੀਦਾ ਹੈ। ਤੀਸਰਾ, ਜੋ ਅਸੀਂ ਸਿੰਚਾਈ ਕਰਨ ਲਈ ਖਾਲਾਂ ਬਣਾਈਆਂ ਹਨ ਜਿਨ੍ਹਾਂ ਵਿੱਚੋਂ ਪਾਣੀ ਹੋ ਕੇ ਸਾਡੇ ਖੇਤ ਦੇ ਵਿੱਚ ਜਾਂਦਾ ਹੈ ਉਹ ਵੀ ਨਦੀਨਾਂ ਤੋਂ ਰਹਿਤ ਹੋਣੀਆਂ ਚਾਹੀਦੀਆਂ ਹਨ। ਅਤੇ ਚੌਥਾ, ਸਾਨੂੰ ਹਮੇਸ਼ਾ ਹੀ ਗਲਿਆ ਸੜਿਆ ਹੀ ਜੈਵਿਕ ਪਦਾਰਥ ਜੋ ਵੀ ਅਸੀਂ ਆਪਣੇ ਖੇਤ ਵਿੱਚ ਪਾਉਣੇ ਹਨ ਉਹ ਹਮੇਸ਼ਾ ਹੀ ਗਲੇ ਸੜੇ ਹੋਣੇ ਚਾਹੀਦੇ ਹਨ ਤਾਂ ਜੋ ਨਦੀਨ ਹੈ ਉਹ ਉੱਥੇ ਹੀ ਖਤਮ ਹੋਏ ਹੋਣ। ਅੱਗੇ ਗੱਲ ਕਰਦੇ ਹਾਂ ਭੌਤਿਕ ਤਰੀਕੇ ਜਾਂ ਮਸ਼ੀਨੀ ਤਰੀਕੇ ਬਾਰੇ। ਭੌਤਿਕ ਤਰੀਕੇ ਕਿਹੜੇ ਹੁੰਦੇ ਹਨ ਅਤੇ ਮਸ਼ੀਨੀ ਤਰੀਕੇ ਕਿਹੜੇ ਹੁੰਦੇ ਹਨ। ਸਭ ਤੋਂ ਪਹਿਲਾ ਹੈ ਵਹਾਈ, ਦੂਸਰਾ ਹੋਇੰਗ, ਤੀਸਰਾ ਹੱਥ ਨਾਲ ਕੱਢਣਾ, ਚੌਥਾ ਟੋਆ ਪੱਟਣਾ, ਪੰਜਵਾਂ ਜਲਾਉਣਾ ਅਤੇ ਛੇਵਾਂ ਹੜ੍ਹ ਰਾਹੀਂ। ਇਹਨਾਂ ਬਾਰੇ ਤੁਹਾਨੂੰ ਹੁਣ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਊਗੀ। ਸਭ ਤੋਂ ਪਹਿਲਾਂ ਹੈ ਵਹਾਈ। ਵਹਾਈ ਕਰਨ ਨਾਲ ਜੋ ਨਦੀਨ ਹੈ ਉਹਨਾਂ ਨੂੰ ਧਰਤੀ ਵਿੱਚੋਂ ਜੜ੍ਹਾਂ ਤੋਂ ਹੀ ਪੱਟ ਦਿੱਤਾ ਜਾਂਦਾ ਹੈ ਅਤੇ ਉਹ ਖਤਮ ਹੋ ਜਾਂਦੇ ਹਨ। ਇਸ ਦੇ ਵਿੱਚ ਹਲ ਵਾਹੁਣਾ, ਸੁਹਾਗਾ ਫੇਰਨਾ ਅਤੇ ਜ਼ਮੀਨ ਨੂੰ ਪੱਧਰਾ ਕਰਨਾ ਸ਼ਾਮਿਲ ਹੈ। ਅੱਗੇ ਆ ਜਾਂਦਾ ਹੈ ਹੋਇੰਗ। ਇਹ ਇੱਕ ਤਰ੍ਹਾਂ ਦਾ ਸੰਦ ਹੈ ਜਿਸ ਨਾਲ ਨਦੀਨ ਹੈ ਉਹਨਾਂ ਨੂੰ ਜ਼ਮੀਨ ਤੋਂ ਬਾਹਰ ਕੱਢਿਆ ਜਾਂਦਾ ਹੈ। ਇਸ ਸੰਦ ਦੀ ਮਦਦ ਦੇ ਨਾਲ ਜੋ ਸਾਲਾਨਾ ਨਦੀਨ ਹੁੰਦੇ ਹਨ ਜਾਂ ਜਿਹੜੇ 2 ਸਾਲਾ ਨਦੀਨ ਹੁੰਦੇ ਹਨ ਉਹਨਾਂ ਨੂੰ ਕੱਢਣ ਦੇ ਲਈ ਇਹ ਵਧੇਰੇ ਲਾਹੇਵੰਦ ਹੈ। ਅੱਗੇ ਆ ਜਾਂਦੇ ਹਨ ਹੱਥ ਨਾਲ ਕੱਢਣ ਵਾਲੇ ਨਦੀਨ। ਇਸ ਤਰੀਕੇ ਨਾਲ ਜੋ ਨਦੀਨ ਹਨ ਉਹਨਾਂ ਨੂੰ ਖੁਰਪੀ ਦੀ ਵਰਤੋਂ ਕਰਕੇ ਜਾਂ ਸਿੱਧਾ ਹੀ ਹੱਥ ਨਾਲ ਕੱਟ ਕੇ ਬਾਹਰ ਕੱਢ ਲਿਆ ਜਾਂਦਾ ਹੈ। ਅੱਗੇ ਆ ਜਾਂਦਾ ਹੈ ਟੋਆ ਪੱਟਣਾ। ਟੋਆ ਪੱਟਣਾ ਜੋ ਹੈ ਇਹ 2 ਸਾਲ ਤੋਂ ਉੱਪਰ ਵਾਲੇ ਨਦੀਨ ਜਾਂ ਜਿਹੜਿਆਂ ਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਡੂੰਘੀ ਤਹਿ ਤੱਕ ਚਲੇ ਜਾਂਦੀਆਂ ਹਨ ਇਹ ਉਹਨਾਂ ਨਦੀਨਾਂ ਨੂੰ ਰੋਕਣ ਦੇ ਲਈ ਬਥੇਰੇ ਕਾਮਯਾਬ ਤਰੀਕਾ ਹੈ।
ਇਸ ਦੇ ਨਾਲ ਧਰਤੀ ਦੀ ਡੂੰਘੀ ਤਹਿ ਵਿੱਚੋਂ ਜੋ ਨਦੀਨ ਹੈ ਉਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ। ਅੱਗੇ ਆ ਜਾਂਦਾ ਹੈ ਜਲਾਉਣਾ। ਇਸ ਤਰੀਕੇ ਦੇ ਵਿੱਚ ਜੋ ਨਦੀਨ ਹੈ ਉਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਇਹ ਬਹੁਤ ਹੀ ਸੌਖਾ ਅਤੇ ਸਸਤਾ ਤਰੀਕਾ ਹੈ। ਇਸ ਦੇ ਨਾਲ ਨਦੀਨ ਜੋ ਹੈ ਉਹ ਸੜ ਕੇ ਖਤਮ ਹੋ ਜਾਂਦੇ ਹਨ ਅਤੇ ਉਹ ਦੁਬਾਰਾ ਜ਼ਮੀਨ ਦੇ ਵਿੱਚ ਨਹੀਂ ਉੱਗਦੇ। ਅੱਗੇ ਆ ਜਾਂਦਾ ਹੈ ਹੜ੍ਹ ਰਾਹੀਂ। ਇਸ ਤਰੀਕੇ ਵਿੱਚ ਨਦੀਨ ਵਾਲੀ ਜਗ੍ਹਾ ਦੇ ਵਿੱਚ ਪਾਣੀ ਨੂੰ ਖੜ੍ਹਾ ਰੱਖਿਆ ਜਾਂਦਾ ਹੈ, ਜਿਸ ਨਾਲ ਨਦੀਨਾਂ ਵਿੱਚ ਆਕਸੀਜਨ ਦੀ ਭਾਰੀ ਕਮੀ ਆ ਜਾਂਦੀ ਹੈ ਅਤੇ ਉਹ ਮਰ ਜਾਂਦੇ ਹਨ। ਅੱਗੇ ਆ ਜਾਂਦੇ ਹਨ ਸੱਭਿਆਚਾਰਕ ਤਰੀਕੇ। ਸੱਭਿਆਚਾਰਕ ਤਰੀਕਿਆਂ ਦਾ ਵੀ ਬਹੁਤ ਜ਼ਿਆਦਾ ਭੂਮਿਕਾ ਰਹਿ ਜਾਂਦੀ ਹੈ ਸਾਡੇ ਨਦੀਨ ਪ੍ਰਬੰਧਨ ਦੇ ਵਿੱਚ। ਇਹ ਵੀ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਪਹਿਲਾਂ ਗਰਮੀ ਵਿੱਚ ਵਹਾਈ, ਦੂਸਰਾ ਫਸਲ ਚੱਕਰ, ਤੀਸਰਾ ਫਸਲ ਵਿੱਚ ਫਸਲ ਬੀਜਣਾ, ਚੌਥਾ ਮਲਚਿੰਗ, ਪੰਜਵਾਂ ਬੇਹੀ ਬੀਜ ਕਿਆਰੀ। ਹੁਣ ਮੈਂ ਤੁਹਾਨੂੰ ਇਹਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਾ। ਸਭ ਤੋਂ ਪਹਿਲਾਂ ਗਰਮੀ ਵਿੱਚ ਵਹਾਈ। ਗਰਮੀ ਵਿੱਚ ਖੇਤ ਨੂੰ ਵਾਹੁਣਾ ਇੱਕ ਅਜਿਹਾ ਤਰੀਕਾ ਹੈ ਜਿਸ ਨਾਲ ਨਦੀਨ ਲੰਬੇ ਸਮੇਂ ਲਈ ਖਤਮ ਕੀਤੇ ਜਾਂਦੇ ਹਨ। ਇਸ ਦੇ ਵਿੱਚ ਖੇਤ ਨੂੰ ਵਾਹ ਕੇ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਜੋ ਨਦੀਨ ਹੈ ਉਹ ਜੜ੍ਹ ਤੋਂ ਪੱਟ ਹੋ ਜਾਂਦੇ ਹਨ ਅਤੇ ਉਹ ਗਰਮ ਦੀ ਵਜ੍ਹਾ ਦੇ ਨਾਲ ਖਤਮ ਹੋ ਜਾਂਦੇ ਹਨ। ਦੂਸਰਾ ਫਸਲ ਚੱਕਰ। ਫਸਲ ਚੱਕਰ ਤੋਂ ਭਾਵ ਕਿ ਸਾਨੂੰ ਆਪਣੇ ਜੋ ਜ਼ਮੀਨ ਦਾ ਟੁਕੜਾ ਹੈ ਉਸ ਦੇ ਉੱਪਰ ਹਰ ਸਾਲ ਨਵੀਂ ਫਸਲ ਬੀਜਣੀ ਚਾਹੀਦੀ ਹੈ। ਜੇਕਰ ਅਸੀਂ ਹਰ ਸਾਲ ਇੱਕ ਹੀ ਫਸਲ ਬੀਜੀ ਜਾਈਏ ਤਾਂ ਸਾਡੀ ਜ਼ਮੀਨ ਦੇ ਵਿੱਚ ਨਦੀਨ ਉੱਗਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ। ਜੇਕਰ ਅਸੀਂ ਫਸਲ ਬਦਲ ਕੇ ਬੀਜਾਂਗੇ ਤਾਂ ਨਦੀਨਾਂ ਦੀ ਸਮੱਸਿਆ ਥੋੜ੍ਹੀ ਘੱਟ ਜਾਂਦੀ ਹੈ। ਅੱਗੇ ਆ ਜਾਂਦਾ ਹੈ ਫਸਲ ਵਿੱਚ ਫਸਲ ਬੀਜਣਾ। ਜੇਕਰ ਅਸੀਂ ਫਸਲ ਵਿੱਚ ਫਸਲ ਬੀਜਾਂਗੇ ਤਾਂ ਨਦੀਨਾਂ ਦੀ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਘੱਟ ਜਾਂਦੀ ਹੈ, ਕਿਉਂਕਿ ਜੇਕਰ ਅਸੀਂ ਇੱਕ ਫਸਲ ਦੇ ਵਿੱਚ ਦੂਸਰੀ ਫਸਲ ਬੀਜਾਂਗੇ ਤਾਂ ਨਦੀਨਾਂ ਨੂੰ ਉੱਗਣ ਦੇ ਲਈ ਖਾਲੀ ਜਗ੍ਹਾ ਨਹੀਂ ਮਿਲਦੀ ਅਤੇ ਅਸੀਂ ਮੁੱਖ ਫਸਲ ਦੇ ਨਾਲ ਜੋ ਦੂਸਰੀ ਫਸਲ ਬੀਜੀ ਹੁੰਦੀ ਹੈ ਉਸ ਨੂੰ ਨਦੀਨ ਪ੍ਰਬੰਧਨ ਦੇ ਰੂਪ ਵਿੱਚ ਵਰਤ ਸਕਦੇ ਹਾਂ। ਅੱਗੇ ਆ ਜਾਂਦਾ ਹੈ ਮਲਚਿੰਗ। ਮਲਚਿੰਗ ਜੋ ਹੈ ਇਹ ਵੀ ਕਾਫੀ ਕਾਰਗਰ ਤਰੀਕਾ ਹੈ ਨਦੀਨ ਪ੍ਰਬੰਧਨ ਦੇ ਵਿੱਚ। ਇਸ ਦੇ ਨਾਲ ਜੋ ਜ਼ਮੀਨ ਹੈ ਉਸ ਨੂੰ ਫਸਲ ਦੀ ਰਹਿੰਦ ਖੂੰਹਦ ਜਾਂ ਪਲਾਸਟਿਕ ਦੇ ਕਾਗਜ਼ ਦੇ ਨਾਲ ਢਕਿਆ ਜਾਂਦਾ ਹੈ, ਜਿਸ ਦੇ ਨਾਲ ਜ਼ਮੀਨ ਦੇ ਉੱਪਰ ਨਦੀਨ ਨਹੀਂ ਹੁੰਦੇ। ਅੱਗੇ ਆ ਜਾਂਦਾ ਹੈ ਬੇਹੀ ਬੀਜ ਕਿਆਰੀ। ਇਸ ਵਿੱਚ ਫਸਲ ਬੀਜਣ ਤੋਂ ਪਹਿਲਾਂ ਜਿਸ ਜਗ੍ਹਾ ਅਸੀਂ ਫਸਲ ਬੀਜਣੀ ਹੈ ਉਸ ਨੂੰ ਇੱਕ ਦੋ ਵਾਰ ਵਹਾਈ ਕਰਕੇ ਉਸ ਦੇ ਵਿੱਚੋਂ ਨਦੀਨ ਕੱਢ ਲਏ ਜਾਂਦੇ ਹਨ ਅਤੇ ਉਸ ਨੂੰ ਫਿਰ ਸਿੰਚਾਈ ਕਰਕੇ ਛੱਡ ਦਿੱਤਾ ਜਾਂਦਾ ਹੈ ਤਾਂ ਜੋ ਪਿੱਛੇ ਜੋ ਨਦੀਨ ਰਹਿ ਗਏ ਹਨ ਉਹ ਉਸ ਜ਼ਮੀਨ ਦੇ ਵਿੱਚ ਉੱਗ ਸਕਣ ਅਤੇ ਉਹਨਾਂ ਨੂੰ ਬਾਅਦ ਦੇ ਵਿੱਚ ਵਹਾਈ ਕਰਕੇ ਕੱਢਿਆ ਜਾ ਸਕੇ। ਅੱਗੇ ਆ ਜਾਂਦਾ ਹੈ ਰਸਾਇਣਿਕ ਤਰੀਕੇ। ਇਹ ਬਹੁਤ ਹੀ ਕਾਰਗਰ ਤਰੀਕਾ ਹੈ। ਇਹ ਖੜੀ ਫਸਲ ਦੇ ਵਿੱਚ ਵੀ ਨਦੀਨਾਂ ਨੂੰ ਕਾਬੂ ਕਰਨ ਦੇ ਵਿੱਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ। ਇਸ ਦੇ ਵਿੱਚ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਹ ਰਸਾਇਣ ਜਿਨ੍ਹਾਂ ਨੂੰ ਅਸੀਂ ਬੂਟੀਨਾਸ਼ਕ ਜਾਂ ਨਦੀਨਨਾਸ਼ਕ ਕਹਿੰਦੇ ਹਨ। ਬੂਟੀਨਾਸ਼ਕ ਦੀਆਂ ਕਿਸਮਾਂ ਜੋ ਹੈ ਉਹ 3 ਤਰ੍ਹਾਂ ਦੇ ਹੁੰਦੇ ਹਨ। ਇੱਕ ਪੌਦਾ ਲਾਉਣ ਤੋਂ ਪਹਿਲਾਂ ਵਰਤਿਆ ਜਾਂਦਾ ਹੈ। ਜੇਕਰ ਨਦੀਨ ਪੌਦਾ ਉੱਗਣ ਤੋਂ ਬਾਅਦ ਹੋਣ ਜਾਂ ਪੌਦਾ ਉੱਗਣ ਤੋਂ ਪਹਿਲਾਂ ਹੋਣ, ਇਹ ਅਲੱਗ-ਅਲੱਗ ਤਰ੍ਹਾਂ ਦੇ ਬੂਟੀਨਾਸ਼ਕ ਹੁੰਦੇ ਹਨ। ਜੋ ਪੌਦਾ ਲਾਉਣ ਤੋਂ ਪਹਿਲਾਂ ਵਰਤਿਆ ਜਾਂਦਾ ਹੈ ਉਹ ਫਲੋਕਲੋਰਿਨ ਹੈ। ਅਗਰ ਪੌਦਾ ਉੱਗਣ ਤੋਂ ਪਹਿਲਾਂ ਜੋ ਵਰਤਿਆ ਜਾਂਦਾ ਉਹ ਐਟਰਾਜ਼ਿਨ ਹੈ।
ਤੀਸਰਾ ਜੋ ਹੈ ਪੌਦਾ ਉੱਗਣ ਤੋਂ ਬਾਅਦ ਉਹ ਗਲਾਈਫੋਸਫੇਟ ਬੂਟੀਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ। ਨਦੀਨ ਪ੍ਰਬੰਧਨ ਦੇ ਵਿੱਚ ਜੋ ਰਸਾਇਣਿਕ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਕਾਫੀ ਲਾਭਦਾਇਕ ਹੁੰਦੇ ਹਨ। ਰਸਾਇਣਿਕ ਤਰੀਕਿਆਂ ਦੇ ਲਾਭ ਜੋ ਹੈ ਉਹ ਪਹਿਲਾ ਲਾਭ ਜੋ ਸਭ ਤੋਂ ਵੱਧ ਲਾਹੇਵੰਦ ਹੈ ਕਿ ਇਹ ਫਸਲ ਬੀਜਣ ਤੋਂ ਪਹਿਲਾਂ ਹਲ ਵਾਹੁਣ ਨੂੰ ਘਟਾ ਦਿੰਦੇ ਹਨ। ਹਲ ਵਾਹੁਣ ਦੇ ਵਿੱਚ ਕਾਫੀ ਮਜ਼ਦੂਰੀ ਦਾ ਖਰਚਾ ਆਉਂਦਾ ਹੈ। ਦੂਸਰਾ, ਇਹ ਖੜੀ ਫਸਲ ਵਿੱਚ ਨਦੀਨਾਂ ਨੂੰ ਕਾਬੂ ਕਰਦੇ ਹਨ। ਜੋ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਖੜੀ ਫਸਲ ਦੇ ਵਿੱਚ ਨਦੀਨਾਂ ਨੂੰ ਖਤਮ ਕਰ ਦਿੰਦੇ ਹਨ, ਕਿਉਂਕਿ ਖੜੀ ਫਸਲ ਦੇ ਵਿੱਚ ਨਦੀਨਾਂ ਦੀ ਪਹਿਚਾਣ ਕਰਨਾ ਜਾਂ ਨਦੀਨਾਂ ਨੂੰ ਬਾਹਰ ਕੱਢਣਾ ਸੌਖਾ ਨਹੀਂ ਹੁੰਦਾ ਪਰੰਤੂ ਰਸਾਇਣਿਕ ਤਰੀਕਿਆਂ ਦੀ ਮਦਦ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ। ਤੀਸਰਾ, ਕਈ ਨਦੀਨ ਜੋ ਹੈ ਉਹ ਫਸਲ ਦੀ ਤਰ੍ਹਾਂ ਹੀ ਹੁੰਦੇ ਹਨ, ਜੋ ਕੇਵਲ ਨਦੀਨਨਾਸ਼ਕਾਂ ਨਾਲ ਹੀ ਕਾਬੂ ਕੀਤੇ ਜਾਂਦੇ ਹਨ। ਜੋ ਨਦੀਨਨਾਸ਼ਕ ਹਨ ਉਹ ਜੋ ਹੂ-ਬ-ਹੂ ਸ਼ਕਲ ਵਾਲੇ ਜਾਂ ਫਸਲ ਦੀ ਤਰ੍ਹਾਂ ਹੀ ਦਿਖਣ ਵਾਲੇ ਨਦੀਨ ਹੈ ਉਹਨਾਂ ਨੂੰ ਖਤਮ ਕਰ ਦਿੰਦਾ ਹੈ, ਮੁੱਖ ਫਸਲ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਪਹੁੰਚਾਏ ਬਿਨਾਂ। ਕਿਉਂਕਿ ਜੋ ਨਦੀਨ ਬਿਲਕੁਲ ਮੁੱਖ ਫਸਲ ਦੀ ਤਰ੍ਹਾਂ ਹੁੰਦੇ ਹਨ ਉਹਨਾਂ ਨੂੰ ਬਾਹਰ ਕੱਢਣਾ ਕਾਫੀ ਮੁਸ਼ਕਲ ਹੁੰਦਾ ਹੈ ਅਤੇ ਉਸ ਦੇ ਨਾਲ ਨੁਕਸਾਨ ਵੀ ਹੋ ਜਾਂਦਾ ਹੈ। ਅਗਲਾ ਜੋ ਨਦੀਨ ਪ੍ਰਬੰਧਨ ਦਾ ਤਰੀਕਾ ਹੈ ਉਹ ਜੀਵ ਵਿਗਿਆਨਕ ਤਰੀਕਾ ਹੈ। ਇਸ ਤਰੀਕੇ ਨਾਲ ਨਦੀਨਾਂ ਨੂੰ ਕਾਬੂ ਕਰਨ ਲਈ ਉਹਨਾਂ ਦੇ ਕੁਦਰਤੀ ਦੁਸ਼ਮਣ ਜਾਂ ਇੱਕ ਕੀੜੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕੋਚੀਨੀਲ ਕੀੜਾ ਮਹਾਰਾਸ਼ਟਰ ਵਿੱਚ ਪ੍ਰਿਕਲੀ ਪੀਅਰ ਨਦੀਨ ਨੂੰ ਖਤਮ ਕਰਨ ਲਈ ਵਰਤਿਆ ਗਿਆ ਸੀ। ਜੀਵ ਵਿਗਿਆਨਕ ਤਰੀਕੇ ਦੇ ਵਿੱਚ ਇੱਕ ਕੀੜੇ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਇੱਕ ਨਦੀਨ ਨੂੰ ਨਿਸ਼ਾਨੇ ਵਿੱਚ ਰੱਖ ਕੇ ਵਰਤਿਆ ਜਾਂਦਾ ਹੈ। ਜਿਵੇਂ ਕਿ ਮਹਾਰਾਸ਼ਟਰ ਦੇ ਵਿੱਚ ਕੋਚੀਨੀਲ ਕੀੜਾ ਪ੍ਰਿਕਲੀ ਪੀਅਰ ਨਦੀਨ ਨੂੰ ਖਤਮ ਕਰਨ ਲਈ ਵਰਤਿਆ ਗਿਆ ਸੀ। ਇਹ ਸਸਤਾ ਤਰੀਕਾ ਹੈ, ਇਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਹਾਨੀ ਨਹੀਂ ਹੁੰਦੀ। ਜੀਵ ਵਿਗਿਆਨਕ ਤਰੀਕੇ ਦੇ ਕੁਝ ਲਾਭ ਹਨ ਕਿ ਇਹ ਵਾਤਾਵਰਣ ਨੂੰ ਘੱਟ ਤੋਂ ਘੱਟ ਹਾਨੀ ਪਹੁੰਚਾਉਂਦਾ ਹੈ। ਦੂਸਰਾ, ਮੁਕਾਬਲੇ ਵਿੱਚ ਸਸਤਾ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਤਰੀਕਾ ਹੈ। ਇਸ ਦੀਆਂ ਕੁਝ ਹਾਨੀਆਂ ਵੀ ਹਨ। ਇਹ ਕਾਬੂ ਕਰਨ ਵਿੱਚ ਹੌਲੀ ਹੁੰਦਾ ਹੈ। ਦੂਸਰਾ, ਕਿ ਇਸ ਨਾਲ ਕਾਬੂ ਕਰਨ ਦੀ ਸਫਲਤਾ ਸੀਮਿਤ ਹੁੰਦੀ ਹੈ। ਹੁਣ ਵਾਰੀ ਆ ਜਾਂਦੀ ਹੈ ਅਭਿਆਸ ਦੀ ਕਿ ਅਸੀਂ ਇਸ ਪਾਠ ਦੇ ਵਿੱਚ ਹੁਣ ਤੱਕ ਕੀ ਕੁਝ ਸਿੱਖਿਆ ਉਸ ਦੇ ਬਾਰੇ ਜਾਣਨ ਦੀ। ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਨਦੀਨ ਤੋਂ ਕੀ ਭਾਵ ਹੈ। ਇਸ ਦਾ ਉੱਤਰ ਹੈ ਕਿ ਉਹ ਬੇਲੋੜੇ ਪੌਦੇ ਜੋ ਮੁੱਖ ਫਸਲ ਵਿੱਚ ਆਪਣੇ ਆਪ ਉੱਗ ਪੈਂਦੇ ਹਨ ਅਤੇ ਇਹ ਮੁੱਖ ਫਸਲ ਨਾਲੋਂ ਵੱਖ ਹੁੰਦੇ ਹਨ। ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ, ਸ਼ੁਰੂਆਤ ਦੇ ਵਿੱਚ ਹੀ ਦੱਸਿਆ ਗਿਆ ਸੀ ਕਿ ਜੋ ਮੁੱਖ ਫਸਲ ਨਾਲੋਂ ਅਲੱਗ ਉੱਗਣ ਵਾਲੇ ਪੌਦੇ ਹਨ ਉਹ ਨਦੀਨ ਅਖਵਾਉਂਦੇ ਹਨ। ਇਹ ਮੁੱਖ ਫਸਲ ਨਾਲ ਤੱਤਾਂ ਲਈ ਵੀ ਮੁਕਾਬਲਾ ਕਰਦੇ ਹਨ ਅਤੇ ਇਹ ਮੁੱਖ ਫਸਲ ਦੀ ਗੁਣਵੱਤਾ ਨੂੰ ਵੀ ਘਟਾਉਂਦੇ ਹਨ। ਦੂਸਰਾ ਜੋ ਪ੍ਰਸ਼ਨ ਹੈ ਨਦੀਨਾਂ ਦਾ ਵਰਗੀਕਰਨ। ਨਦੀਨਾਂ ਦਾ ਵਰਗੀਕਰਨ 4 ਤਰੀਕੇ ਨਾਲ ਕੀਤਾ ਜਾਂਦਾ ਹੈ। ਪਹਿਲਾ, ਬੀਜ ਦੀ ਕਿਸਮ ਅਨੁਸਾਰ। ਦੂਸਰਾ, ਜੀਵਨ ਚੱਕਰ ਅਨੁਸਾਰ। ਤੀਸਰਾ, ਪੌਦੇ ਦੇ ਘਰ ਅਨੁਸਾਰ। ਚੌਥਾ, ਉਤਪੱਤੀ ਦੇ ਸਰੋਤ ਮੁਤਾਬਿਕ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਬੀਜ ਦੀ ਕਿਸਮ ਅਨੁਸਾਰ ਇਹ ਬੀਜ 2 ਤਰ੍ਹਾਂ ਦੇ ਹੁੰਦੇ ਹਨ, ਮੋਨੋਕਾਟ, ਡਾਇਕਾਟ। ਦੂਸਰਾ, ਜੀਵਨ ਚੱਕਰ ਅਨੁਸਾਰ
ਜੀਵਨ ਚੱਕਰ ਅਨੁਸਾਰ 3 ਤਰ੍ਹਾਂ ਦੇ ਹੁੰਦੇ ਹਨ: ਸਾਲਾਨਾ, 2 ਸਾਲਾ ਅਤੇ 2 ਸਾਲ ਤੋਂ ਉੱਪਰ ਵਾਲੇ। ਪੌਦੇ ਦੇ ਘਰ ਅਨੁਸਾਰ ਕਿ ਬੰਜਰ ਜ਼ਮੀਨ ਵਾਲੇ, ਕਾਸ਼ਤੀ ਜ਼ਮੀਨ ਵਾਲੇ, ਲਾਨ ਵਾਲੇ ਅਤੇ ਹੋਰ ਵੀ। ਚੌਥਾ, ਉਤਪੱਤੀ ਦੇ ਸਰੋਤ ਮੁਤਾਬਕ ਦੇਸੀ ਅਤੇ ਵਿਦੇਸ਼ੀ। ਤੀਸਰਾ ਜੋ ਹੈ ਉਹ ਹੈ ਜੀਵਨ ਚੱਕਰ ਦੇ ਆਧਾਰ 'ਤੇ ਨਦੀਨ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਇਸ ਦਾ ਉੱਤਰ ਹੈ ਜੀਵਨ ਚੱਕਰ ਅਨੁਸਾਰ ਇਹ 3 ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਸਾਲਾਨਾ ਨਦੀਨ, ਦੂਸਰਾ 2 ਸਾਲਾ ਨਦੀਨ, ਤੀਸਰਾ 2 ਸਾਲ ਤੋਂ ਉੱਪਰ ਵਾਲੇ ਨਦੀਨ। ਚੌਥਾ, ਵਹਾਈ ਦੀ ਕਿਰਿਆ ਵਿੱਚ ਕੀ ਸ਼ਾਮਿਲ ਹੈ? ਇਸ ਦਾ ਉੱਤਰ ਹੈ ਵਹਾਈ ਦੀ ਕਿਰਿਆ ਵਿੱਚ ਹਲ ਵਾਹੁਣਾ, ਸੁਹਾਗਾ ਫੇਰਨਾ ਅਤੇ ਪੱਧਰ ਕਰਨਾ ਸ਼ਾਮਿਲ ਹੈ। ਪੰਜਵਾਂ, ਨਦੀਨ ਦੀਆਂ ਵਿਸ਼ੇਸ਼ਤਾਵਾਂ ਦੱਸੋ। ਇਸ ਦਾ ਉੱਤਰ ਹੈ ਕਿ ਇਹ ਸਖਤ ਹੁੰਦੇ ਹਨ, ਇਹਨਾਂ ਵਿੱਚ ਬੀਜ ਪੈਦਾ ਕਰਨ ਦੀ ਭਰਪੂਰ ਸਮਰੱਥਾ ਹੁੰਦੀ ਹੈ, ਇਹ 30 ਤੋਂ 40 ਸਾਲ ਤੱਕ ਚੱਲਦੇ ਰਹਿੰਦੇ ਹਨ, ਇਹਨਾਂ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ। ਧੰਨਵਾਦ।